D4U न्यूज़ देख रहे तमाम दोस्तों को दीपक भंडारी का नमस्कार। आपकी सेहत कार्यक्रम के तहत हम आज आपको ऐसी शख्सियत से मिलाने जा रहे हैं जो शहर के जाने माने न्यूरोसर्जन हैं। पिछले कई सालों से ये लगातार अमनदीप अस्पताल से जुड़े हुए हैं, अपनी सेवाएं दे रहे हैं, सैकड़ों मरीजों के ऑपरेशन कर चुके हैं। आखिरकार ये न्यूरोसर्जन क्यों बने? इनके पिताजी प्रोफेसर हैं शहर के जाने माने। न्यूरोसर्जरी में इनका झुकाव क्यों था और न्यूरोसर्जरी कितनी बड़ी चुनौती है और आम लोगों पर क्या इसका असर पड़ रहा है, हम यहाँ बात कर रहे हैं न्यूरोसर्जन डॉक्टर ऐश्वर्या मेहरा की। डॉक्टर साहब नमस्कार जी, आपका हमारे चैनल में स्वागत है। नमस्कार दीपक जी। डॉक्टर साहब पहले तो ਤੁਹਾਨੂੰ ਪਰਿਵਾਰਿਕ ਸਵਾਲ ਪੁੱਛਾਂਗੇ ਜੀ। ਤੁਹਾਡੇ ਫਾਦਰ ਸਾਹਿਬ ਪ੍ਰੋਫੈਸਰ ਨੇ ਸੀਗੇ ਤੇ ਤੁਸੀਂ ਉਹਨਾਂ ਦਾ ਸੁਪਨਾ ਪੂਰਾ ਕਰਨ ਵਾਸਤੇ ਡਾਕਟਰ ਬਣੇ ਜਾਂ ਤੁਹਾਨੂੰ ਸ਼ੌਕ ਸੀਗਾ ਨਿਊਰੋਸਰਜਨ ਬਣਨ ਦਾ? ਨਹੀਂ, ਇਸ ਤਰ੍ਹਾਂ ਹੈ ਕਿ ਬਈ ਮੇਰੇ ਜਿਹੜੇ ਫਾਦਰ ਨੇ ਹੀ ਇਜ਼ ਅ ਪ੍ਰੋਫੈਸਰ ਆਫ ਜ਼ੂਓਲੋਜੀ ਤੇ ਉਹ ਜ਼ੂਓਲੋਜੀ ਪੜ੍ਹਾਉਂਦੇ ਆ ਔਰ ਮੇਰਾ ਖਿਆਲ ਹੈ ਸ਼ਹਿਰ ਦੇ ਤਕਰੀਬਨ ਜਿੰਨੇ ਵੀ ਪੁਰਾਣੇ ਡਾਕਟਰਸ ਨੇ ਉਹਨਾਂ ਦੇ ਹੱਥੋਂ ਹੀ ਪੜ੍ਹੇ ਆ। ਸੋ ਜਦੋਂ ਅਸੀਂ ਵੀ ਬੱਚੇ ਸੀਗੇ ਤੇ ਅਸੀਂ ਵੇਖਦੇ ਹੁੰਦੇ ਸੀ ਵੀ ਸਟੂਡੈਂਟਸ ਇਸ ਤਰ੍ਹਾਂ ਆਉਂਦੇ ਆ ਔਰ ਉਹ ਉਹਨਾਂ ਕੋਲੋਂ ਜ਼ੂਓਲੋਜੀ ਪੜ੍ਹਦੇ ਸੀਗੇ ਐਂਡ ਮੋਸਟ ਆਫ ਦੀ ਡਾਕਟਰਸ ਜਿਹੜੇ ਹੈਗੇ ਆ ਸਾਡੇ ਸਾਹਮਣੇ ਅਸੀਂ ਦੇਖੇ ਵੀ ਨਵੇਂ ਡਾਕਟਰਸ ਬਣੇ ਤੇ ਉੱਥੋਂ ਥੋੜ੍ਹਾ ਜਿਹਾ ਸਾਡਾ ਵੀ ਝੁਕਾਅ ਹੋ ਗਿਆ ਕਿ ਬਈ ਚਲੋ ਅਸੀਂ ਵੀ ਡਾਕਟਰ ਬਣ ਕੇ ਦੇਖਦੇ ਹਾਂ। ਸੋ ਇਹੋ ਜਿਹੀ ਕੋਈ ਪਰਿਵਾਰਿਕ ਕੰਪਲਸ਼ਨ ਨਹੀਂ ਸੀਗੀ ਬਟ ਬਿਕਾਜ਼ ਥੋੜ੍ਹਾ ਜਿਹਾ ਮਾਹੌਲ ਵੀ ਇਹੋ ਜਿਹਾ ਸੀਗਾ ਤੇ ਇਸ ਕਰਕੇ ਥੋੜ੍ਹਾ ਜਿਹਾ ਸਾਡਾ ਝੁਕਾਅ ਬਣ ਗਿਆ। ਕਿਉਂਕਿ ਉਦੋਂ ਤਾਂ ਸੀਗਾ ਜੀ ਜਾਂ ਪੇਰੈਂਟਸ ਆਪਣੇ ਬੱਚੇ ਨੂੰ ਜਾਂ ਡਾਕਟਰ ਬਣਾਉਂਦੇ ਜਾਂ ਇੰਜੀਨੀਅਰ ਬਣਾਉਂਦੇ ਸੀਗੇ। ਹਾਂ, ਉਦੋਂ ਸਿਰਫ ਦੋ ਹੀ ਬ੍ਰਾਂਚਸ ਹੈਗੀਆਂ ਸੀਗੀਆਂ ਕਿ ਬਈ ਜਾਂ ਡਾਕਟਰ ਬਣ ਜਾਓ ਜਾਂ ਇੰਜੀਨੀਅਰ ਬਣ ਜਾਓ ਤੇ ਤੁਸੀਂ ਡਾਕਟਰ ਨੂੰ ਪ੍ਰੈਫਰ ਕੀਤਾ? ਕਿਉਂਕਿ ਮਾਈ ਫਾਦਰ ਵਾਜ਼ ਅ ਜ਼ੂਓਲੋਜਿਸਟ ਸੋ ਥੋੜ੍ਹਾ ਜਿਹਾ ਉਸ ਕਰਕੇ ਮੇਰਾ ਇਨਕਲੀਨੇਸ਼ਨ ਉੱਧਰ ਹੋ ਗਿਆ। ਤੇ ਡਾਕਟਰ ਸਾਹਿਬ ਅਸੀਂ ਜੇ ਗੱਲ ਕਰੀਏ ਵੀ ਤੁਸੀਂ ਨਿਊਰੋਸਰਜਰੀ ਹੀ ਬ੍ਰਾਂਚ ਕਿਉਂ ਚੁਣੀ? ਦੇਖੋ ਇਸ ਤਰ੍ਹਾਂ ਹੈ ਕਿ ਬਈ ਨਿਊਰੋਸਰਜਰੀ ਉਹਦੇ ਦੋ ਤਿੰਨ ਕਾਰਨ ਨੇ। ਪਹਿਲਾ ਕਾਰਨ ਤਾਂ ਹੈਗਾ ਜੀ ਲੱਕ। ਦੇਖੋ ਇੰਜ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਬ੍ਰਾਂਚ ਜੇ ਤੁਸੀਂ ਲੈਣੀ ਹੈ ਨਾ ਤੇ ਯੂ ਹੈਵ ਟੂ ਗੋ ਥਰੂ ਐਨ ਐਂਟਰੈਂਸ ਐਗਜ਼ਾਮੀਨੇਸ਼ਨ। ਸੋ ਇੱਕ ਤਾਂ ਪਹਿਲੇ ਐਂਟਰੈਂਸ ਐਗਜ਼ਾਮੀਨੇਸ਼ਨ ਹੀ ਡਿਸਾਈਡ ਕਰਦਾ ਵੀ ਤੁਹਾਨੂੰ ਕਿਹੜੀ ਬ੍ਰਾਂਚ ਮਿਲਣੀ ਹੈ। ਬਟ ਇਹਦੇ ਵਿੱਚ ਵੀ ਨਾ ਇੱਕ ਬੜੀ ਮਜ਼ੇਦਾਰ ਸਟੋਰੀ ਮੈਂ ਤੁਹਾਨੂੰ ਦੱਸਦਾ। ਜਦੋਂ ਮੈਂ ਆਪਣੀ MS ਖਤਮ ਕੀਤੀ ਨਾ ਜਨਰਲ ਸਰਜਰੀ ਤੋਂ ਸਾਡੀ ਥੋੜ੍ਹੀ ਜਿਹੀ ਟ੍ਰੇਨਿੰਗ ਹੁੰਦੀ ਹੈ ਰੋਟੇਸ਼ਨ ਪੋਸਟਿੰਗਸ, ਜਿਸ ਤਰ੍ਹਾਂ ਕਿ ਨਿਊਰੋਸਰਜਰੀ 'ਚ ਯੂਰੋਲੋਜੀ 'ਚ ਤੇ ਉਦੋਂ ਵੀ ਮੇਰਾ ਥੋੜ੍ਹਾ ਇੰਟਰਸਟ ਡਿਵੈਲਪ ਹੋਣਾ ਸ਼ੁਰੂ ਹੋ ਗਿਆ ਸੀ ਨਿਊਰੋਸਰਜਰੀ 'ਚ। ਉੱਥੇ ਅਸੀਂ ਕਾਫੀ ਕੰਮ ਕੀਤਾ ਨਿਊਰੋਸਰਜਰੀ 'ਚ ਡਿਊਰਿੰਗ ਆਵਰ ਜਨਰਲ ਸਰਜਰੀ। ਇੱਕ ਤਾਂ ਸਾਨੂੰ ਉੱਥੋਂ ਥੋੜ੍ਹਾ ਇੰਟਰਸਟ ਜਾਗ ਗਿਆ। ਪਰ ਜਿਹੜਾ ਮੇਨ ਤੁਸੀਂ ਕਹਿ ਲਓ ਕਿ ਬਈ ਜਦੋਂ ਐਂਟਰੈਂਸ ਟੈਸਟ ਦੀ ਵਾਰੀ ਆਈ ਨਾ ਤੇ ਅਸੀਂ ਕਿਤੇ ਮੇਰਾ ਖਿਆਲ ਕਿਸੇ ਫੰਕਸ਼ਨ ਤੇ ਸ਼ਾਦੀ ਤੇ ਇਕੱਠੇ ਹੋਏ ਸੀ ਮੈਂ ਔਰ ਮੇਰੇ ਫਰੈਂਡਸ ਤੇ ਕਈ ਕਿਸੇ ਨੇ ਭਰਤੀ ਨਿਊਰੋਸਰਜਰੀ, ਜਿਸ ਤਰ੍ਹਾਂ ਮੈਂ ਨਿਊਰੋਸਰਜਰੀ ਭਰਤੀ, ਮੇਰੇ ਦੂਸਰੇ ਫਰੈਂਡ ਨੇ ਯੂਰੋਲੋਜੀ ਭਰਤੀ, ਕਿਸੇ ਨੇ ਪੀਡੀਆਟ੍ਰਿਕ ਸਰਜਰੀ ਭਰਤੀ। ਸੋ ਇਟ ਵਾਸ ਬਾਈ ਚਾਂਸ ਦੈਟ ਕਿ ਬਈ ਮੈਨੂੰ ਨਿਊਰੋਸਰਜਰੀ 'ਚ ਅਸੀਂ ਐਗਜ਼ਾਮ ਦਿੱਤਾ ਤੇ ਮੇਰੀ ਨਿਊਰੋਸਰਜਰੀ ਕਲੀਅਰ ਹੋ ਗਈ। ਸੋ ਦੈਟ ਇਜ਼ ਹਾਊ ਆਈ ਗੋਟ ਇਨਟੂ ਨਿਊਰੋਸਰਜਰੀ। ਅੱਛਾ ਡਾਕਟਰ ਸਾਹਿਬ, ਨਿਊਰੋਸਰਜਰੀ ਦੀ ਅਸੀਂ ਗੱਲ ਕਰੀਏ ਤਾਂ ਕਿਹੜੀ ਬਿਮਾਰੀਆਂ ਕਵਰ ਹੋ ਜਾਂਦੀਆਂ ਨੇ? ਦੇਖੋ ਨਿਊਰੋਸਰਜਰੀ ਬੇਸਿਕਲੀ ਤੇ ਦੇਖੋ ਐਜ਼ ਦ ਨੇਮ ਸੁਜੈਸਟਸ ਕਿ ਬਈ ਜਿੱਥੇ ਵੀ ਨਰਵਸ ਦੀਆਂ ਬਿਮਾਰੀਆਂ ਨੇ ਨਾ ਉਹਦੇ ਨਾਲ ਰਿਲੇਟਡ ਜਿੰਨੀਆਂ ਵੀ ਸਰਜੀਕਲ ਪ੍ਰੋਬਲਮਸ ਨੇ, ਫੋਰ ਐਗਜ਼ਾਮਪਲ ਪ੍ਰਾਇਮਰਲੀ ਤੇ ਬ੍ਰੇਨ ਦੀਆਂ ਤੇ ਸਪਾਈਨ ਦੀਆਂ। ਸੋ ਨਿਊਰੋਸਰਜਨਸ ਮੋਸਟਲੀ ਇਹ ਦੋਨਾਂ ਦੀਆਂ ਬਿਮਾਰੀਆਂ ਟਰੀਟ ਕਰਦੇ ਆ। ਬਟ ਕਿਤੇ ਨਾ ਕਿਤੇ ਕਈ ਨਿਊਰੋਸਰਜਰੀ ਦੀ ਫੀਲਡ ਥੋੜ੍ਹੀ ਜਿਹੀ ਵਾਸਟ ਹੋ ਗਈ ਹੈ। ਸੋ ਕਦੇ ਪੈਰੀਫਰਲ ਨਰਵਸ ਜਿਹੜੀਆਂ ਹੁੰਦੀਆਂ ਬਾਹਰ ਦੀਆਂ ਲਿੰਬਸ ਦੀਆਂ ਉਹ ਵੀ ਕਈ ਸਰਜਨਸ ਟਰੀਟ ਕਰਦੇ ਆ। But primarily we are restricted to diseases of brain and spine. डॉक्टर साहब लगभग 15 साल हो गए ਤੁਹਾਨੂੰ ਨਿਊਰੋਸਰਜਰੀ ਮਤਲਬ ਫੀਲਡ ਆਪਣੀ MCH ਕੰਪਲੀਟ ਕਰਨ ਤੋਂ ਬਾਅਦ ਫੀਲਡ 'ਚ ਆਇਆ। ਅਸੀਂ ਉਦੋਂ ਦੀ ਗੱਲ ਕਰੀਏ ਤੇ ਹੁਣ ਦੀ ਗੱਲ ਕਰੀਏ ਤੇ ਕਿਆ ਬਦਲਾਅ ਆਇਆ ਟੈਕਨੀਕਸ ਦੇ ਵਿੱਚ? ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜੀ। ਜਿਹੜੀ ਟੈਕਨੋਲੋਜੀ ਹੈ ਨਾ ਮੇਰਾ ਖਿਆਲ ਜਦੋਂ ਅਸੀਂ ਟ੍ਰੇਨਿੰਗ ਕਰਦੇ ਸੀ ਉਦੋਂ ਤੇ ਹੁਣ ਇੰਨਾ ਕੁ ਜ਼ਿਆਦਾ ਫਰਕ ਪੈ ਗਿਆ ਹੈਗਾ। ਮੈਂ ਤੁਹਾਨੂੰ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਕਿ ਬਈ ਪਹਿਲੇ ਅਸੀਂ ਜਦੋਂ ਆਪਰੇਸ਼ਨ ਕਰਦੇ ਸੀ ਸਾਡੇ ਕੋਲ ਬਹੁਤ ਹੀ ਬੇਸਿਕ ਇੰਸਟਰੂਮੈਂਟਸ ਨਾਲ ਆਪਰੇਸ਼ਨ ਹੁੰਦੇ ਸੀਗੇ। ਹੁਣ ਸਾਰਾ ਕੁਝ ਆਟੋਮੇਟਿਡ ਹੈ। ਫੋਰ ਐਗਜ਼ਾਮਪਲਸ ਜਿਹੜੀਆਂ ਅਸੀਂ ਡਰਿਲਸ ਯੂਜ਼ ਕਰਦੇ ਹਾਂ ਜਾਂ ਅਸੀਂ ਮਾਈਕਰੋਸਕੋਪ ਜਿਹੜਾ ਯੂਜ਼ ਕਰਦੇ ਹਾਂ ਔਰ ਹੁਣ ਤਾਂ ਹੋਰ ਵੀ ਬੈਟਰ ਚੀਜ਼ਾਂ ਆ ਗਈਆਂ। ਆਪਰੇਸ਼ਨ ਥੀਏਟਰ ਦੇ ਅੰਦਰ ਵੀ ਮਤਲਬ ਤੁਸੀਂ ਕਹਿ ਲਓ ਜਿਹੜੇ ਅੱਛੇ ਇੰਸਟੀਚਿਊਟਸ ਨੇ ਬੜੇ ਵੱਡੇ ਉਹਨਾਂ 'ਚ MRIs ਆਪਰੇਸ਼ਨ ਥੀਏਟਰ ਦੇ ਅੰਦਰ ਆ ਗਈਆਂ। CT ਸਕੈਨ ਆਪਰੇਸ਼ਨ ਥੀਏਟਰ ਦੇ ਅੰਦਰ ਆ ਗਿਆ।
ਤੇ ਨੈਵੀਗੇਸ਼ਨਸ ਵਗੈਰਾ ਯੂਜ਼ ਹੋਣ ਲੱਗ ਪਈਆਂ। ਮਤਲਬ देयर इज़ ਮਤਲਬ ਬਹੁਤ ਹੀ ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਰੋਸ਼ਨ ਅਸੀਂ ਜੇ ਮਤਲਬ ਇਹਦੇ ਨਾਲ ਹੋਰ ਕਿਹੜੀ ਕਿਹੜੀ ਡਿਜ਼ੀਜ਼, ਜਿਵੇਂ ਆਮ ਤੌਰ ਤੇ ਪਰਿਭਾਸ਼ਾ ਹੈ ਕਿ ਨਿਊਰੋ ਸਰਜਨ ਸਿਰਫ ਟਰਾਮਾ ਹੀ ਟ੍ਰੀਟ ਕਰਦੇ ਹੈ? ਨਹੀਂ, ਟਰਾਮਾ ਇਜ਼ ਪਾਰਟ ਆਫ ਨਿਊਰੋ ਸਰਜਰੀ। ਜਿਸ ਤਰ੍ਹਾਂ ਕਿਤੇ ਵੀ ਕੋਈ ਟਰਾਮਾ ਆ ਜਾਏ, ਲਾਈਕ ਜੇ ਸਿਰ ਤੇ ਸੱਟ ਲੱਗ ਗਈ ਹੈ ਜਾਂ ਰੀੜ੍ਹ ਦੀ ਹੱਡੀ 'ਚ ਸੱਟ ਲੱਗ ਗਈ ਹੈ, ਤੇ ਉਹ ਨਿਊਰੋ ਸਰਜਨਸ ਨੇ ਉੱਥੇ ਆ ਕੇ ਆਪਣਾ ਕੰਮ ਕਰਨਾ। ਬਟ ਉਸ ਤੋਂ ਇਲਾਵਾ ਵੀ ਨਿਊਰੋ ਸਰਜਰੀ ਇਜ਼ ਅ ਵੈਰੀ ਵੈਰੀ ਵਾਸਟ ਬ੍ਰਾਂਚ। ਦੇਖੋ ਬ੍ਰੇਨ ਦੇ ਵਿੱਚ ਟਿਊਮਰਸ ਹੋ ਜਾਂਦੇ ਆ, ਬ੍ਰੇਨ 'ਚ ਇਨਫੈਕਸ਼ਨਸ ਹੋ ਜਾਂਦੀਆਂ, ਬ੍ਰੇਨ 'ਚ ਪਾਣੀ ਭਰ ਜਾਂਦਾ ਹੈ, ਰੀੜ੍ਹ ਦੀ ਹੱਡੀ 'ਚ ਟਿਊਮਰਸ ਹੋ ਜਾਂਦੇ ਆ, ਕੋਈ ਜਿਹੜੀਆਂ ਵੈਸਕੂਲਰ ਮੈਲਫਰਮੇਸ਼ਨਸ ਹੈਗੀਆਂ, ਜਿਵੇਂ ਖੂਨ ਦੀ ਨਾੜੀਆਂ ਦੀ ਬਿਮਾਰੀਆਂ ਹੈਗੀਆਂ, ਜਮਾਂਦਰੂ ਨੁਕਸ ਹੈਗੇ ਆ ਬਹੁਤ ਸਾਰੇ। ਮਤਲਬ ਹੈ ਕਾਫੀ ਬਿਮਾਰੀਆਂ ਇਹਦੇ ਵਿੱਚ ਟ੍ਰੀਟ ਹੁੰਦੀਆਂ। ਅੱਛਾ ਰੋਸ਼ਨ, ਜੇ ਅਸੀਂ ਗੱਲ ਕਰੀਏ ਸਪੈਸੀਫਿਕ ਵੀ ਇਹ ਟਿਊਮਰ ਕਿਉਂ ਹੋ ਜਾਂਦਾ ਹੈ? ਦੇਖੋ ਵੰਨ-ਸੁਵੰਨੇ ਟਿਊਮਰ ਹੈਗੇ ਜੀ। ਜਿਸ ਤਰ੍ਹਾਂ ਬ੍ਰੇਨ ਦੇ ਟਿਊਮਰਸ ਦਾ ਕੋਈ ਵੀ ਹਾਲੇ ਤੱਕ ਠੋਸ ਕਾਰਨ ਨਹੀਂ ਹੈਗਾ ਕਿ ਵੀ ਕਿਉਂ ਹੁੰਦਾ। ਮੋਸਟਲੀ ਇਹ ਜੈਨੇਟਿਕ ਪ੍ਰੋਬਲਮਸ ਕਰਕੇ ਹੈਗਾ, ਬਟ ਕਦੀ ਰੇਡੀਏਸ਼ਨ ਜਿਹੜੇ ਲੋਕਾਂ ਨੂੰ ਲੱਗਾ ਹੁੰਦਾ ਉਹਨਾਂ ਦੇ ਵਿੱਚ ਬ੍ਰੇਨ ਟਿਊਮਰਸ ਹੈ। ਜਾਂ ਅੱਜ ਕੱਲ੍ਹ ਕੁਝ ਮੋਬਾਈਲ ਫੋਨਸ 'ਤੇ ਵੀ ਆਉਣਾ ਸ਼ੁਰੂ ਹੋ ਗਿਆ ਵੀ ਜੇ ਜ਼ਿਆਦਾ ਲੋਕੀ ਮੋਬਾਈਲਸ ਯੂਜ਼ ਕਰਦੇ ਨੇ ਤੇ ਉਹਨਾਂ ਦੇ ਵਿੱਚ ਕੰਨ ਦੇ ਪਿੱਛੇ ਇੱਕ ਅਕੋਸਟਿਕ ਟਿਊਮਰ ਹੁੰਦਾ, ਉਹ ਹੋ ਜਾਂਦੇ ਹੈ। ਸੋ ਦੇਰ ਆਰ ਡਿਫਰੈਂਟ ਰੀਜ਼ਨਸ ਫॉर ਡਿਫਰੈਂਟ ਟਿਊਮਰਸ। ਅੱਛਾ ਸਰ, ਜੇ ਅਸੀਂ ਗੱਲ ਕਰੀਏ, ਜੇ ਪਹਿਲੇ ਤਾਂ ਸਪਾਈਨ ਜਿਵੇਂ ਸਰਜਰੀ ਸੀਗੀ, ਹੁਣ ਕਾਫੀ ਜ਼ਿਆਦਾ ਨਿਊਰੋ ਸਰਜਨ ਟ੍ਰੀਟ ਕਰਨ ਲੱਗ ਗਏ। ਇੱਕ ਸਮੇਂ ਸੀਗਾ ਵੀ ਨਿਊਰੋ ਸਰਜਨਸ ਤਾਂ ਹੁੰਦੇ ਨਹੀਂ ਸੀ, ਅਵੇਲੇਬਿਲਟੀ ਨਹੀਂ ਸੀ, ਪਿੱਛੇ ਚਲੇ ਜਾਈਏ ਤੇ ਆਰਥੋਪੈਡਿਸ਼ਨ ਹੀ ਇਹਨੂੰ ਕਰਦੇ ਸੀਗੇ। ਹੁਣ ਟੈਕਨੀਕ ਤੇ ਉਹਦੀ ਟੈਕਨੀਕ 'ਚ ਕਿਆ, ਦੋਨਾਂ ਦੀ ਟੈਕਨੀਕ 'ਚ ਕੋਈ ਫਰਕ ਹੈ? ਨਹੀਂ, ਟੈਕਨੀਕ ਵਾਈਜ਼ ਦੇਖੋ ਕੋਈ ਫਰਕ ਨਹੀਂ ਹੈ। ਪਹਿਲੇ ਬਿਕਾਜ਼ ਨਿਊਰੋ ਸਰਜਰੀ ਇਜ਼ ਲਾਈਕ ਤੁਸੀਂ ਕਹਿ ਲਓ ਵੀ ਪਿਛਲੇ 50 ਸਾਲਾਂ ਦੀ ਬ੍ਰਾਂਚ ਹੈਗੀ ਹੈ, ਤੇ ਪਹਿਲੇ ਆਰਥੋਪੈਡਿਕਸ ਤੇ ਕਾਫੀ ਪ੍ਰੀ ਐਗਜ਼ਿਸਟਿੰਗ ਬ੍ਰਾਂਚ ਹੈਗੀ ਹੈ, ਇਹ ਰਿਲੇਟ ਥੋੜੀ ਨਵੀਂ ਬ੍ਰਾਂਚ ਹੈ। ਤੇ ਪਹਿਲੇ ਸਪਾਈਨ ਆਰਥੋਪੈਡਿਕਸ ਵਾਲੇ ਟ੍ਰੀਟ ਕਰਦੇ ਸੀ, ਬਟ ਸਪਾਈਨ ਇਜ਼ ਕਾਮਨ ਟੂ ਆਰਥੋਪੈਡਿਕਸ ਐਂਡ ਨਿਊਰੋ ਸਰਜਰੀ। ਮੈਂ ਕਹਾਂਗਾ ਵੀ ਇਹੋ ਜੀ ਕੋਈ ਕੰਟਰੋਵਰਸੀ ਨਹੀਂ ਹੈ ਵੀ ਆਰਥੋਪੈਡਿਕਸ ਵਾਲੇ ਨੇ ਟ੍ਰੀਟ ਕਰਨੀ ਹੈ ਕਿ ਨਿਊਰੋ ਸਰਜਨ ਨੇ ਟ੍ਰੀਟ ਕਰਨੀ ਹੈ। ਦੀ ਮੇਨ ਇੰਪੋਰਟੈਂਟ ਥਿੰਗ ਇਜ਼ ਕਿ ਬਈ ਸਬਜੈਕਟ ਨੌਲੇਜ ਬੜੀ ਜ਼ਰੂਰੀ ਹੈ। all neurosurgeons may not be good spine surgeons, and similarly all orthopedic surgeons may not be good spine surgeons, because देखो orthopedics ਵਿੱਚ ਵੀ ਬੜੀ ਵਾਸਟ ਹੈ। ਕਈਆਂ ਨੇ ਸਿਰਫ ਗੋਡੇ ਆਪਰੇਸ਼ਨ ਕਰਨਾ ਹੈ, ਕਿਸੇ ਨੇ ਹਿਪ ਕਰਨਾ ਹੈ, ਤੇ ਬਹੁਤ ਸਾਰੇ orthopedics ਵਾਲੇ ਹੈਗੇ ਜਿਹੜੇ ਸਿਰਫ ਸਪਾਈਨ ਹੀ ਕਰਦੇ। ਅੱਛਾ ਸਰ, ਜੇ ਅਸੀਂ ਕਹਿ ਸਕਦੇ ਹਾਂ ਵੀ ਇਟਸ a combination of orthopedics and neurosurgery. So spine can be treated by both orthopedics and spine neurosurgeons, ਬਟ ਹੁਣ ਨਾ ਪਿਛਲੇ ਕੁਝ ਸਾਲਾਂ ਤੋਂ ਹੁਣ ਡੈਡੀਕੇਟਿਡ ਸਪਾਈਨ ਸਰਜਨਸ ਡਿਵੈਲਪ ਹੋ ਗਏ ਹੂ ਆਰ ਓਨਲੀ ਡੂਇੰਗ ਸਪਾਈਨ। ਮਤਲਬ ਹਰ ਬ੍ਰਾਂਚ ਜਿਵੇਂ ਹੌਲੀ ਦੇ ਕੈਨ ਬੀ ਬੋਥ ਨਿਊਰੋ ਸਰਜਨਸ ਐਂਡ ਆਰਥੋਪੈਡਿਕ ਸਰਜਨਸ। ਉਹ ਇੱਕ ਵੱਖਰੀ ਬ੍ਰਾਂਚ ਡਿਵੈਲਪ ਹੋ ਰਹੀ ਹੈ ਹੁਣ। ਤੇ ਰੋਸ਼ਨ, ਤੁਸੀਂ ਗੱਲ ਕਰੀ ਵੀ ਤੁਸੀਂ ਜਿਵੇਂ ਆਪਣੇ ਬਿਜ਼ੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਦੇਖਦਾ ਤੁਸੀਂ ਡਾਕਟਰਾਂ ਬਿਜ਼ੀ ਰਹਿੰਦੇ ਆ, ਤੇ ਪਰਿਵਾਰ ਵਾਸਤੇ ਕੋਈ ਸਮੇਂ ਹੁੰਦਾ ਜਾਂ? ਦੇਖੋ ਜਦੋਂ ਤੱਕ ਤਾਂ ਅਸੀਂ ਕੰਮ ਕਰ ਰਹੇ ਹਾਂ ਨਾ, ਉਦੋਂ ਤੱਕ ਤਾਂ ਵੀ ਆਰ ਲਾਈਕ ਹਸਪੀਟਲ 'ਚ ਹੀ ਰਹਿੰਦੇ ਹਾਂ ਤੇ ਟੋਟਲੀ ਡੈਡੀਕੇਟਿਡ ਤਰੀਕੇ ਨਾਲ ਕੰਮ ਕਰੀਦਾ। ਬਟ ਯੈਸ, ਇਹ ਪਿਛਲਾ 1 ਸਾਲ ਛੱਡ ਦਿਓ ਤੇ ਜਦੋਂ ਆਪਾਂ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਕੁਝ ਦਿਨਾਂ ਦੇ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਰਾਦਰ ਆਪਾਂ 2-3 ਦਿਨ ਦੀ ਕੋਈ ਲੀਵ ਲੈ ਕੇ ਫਿਰ ਪਰਿਵਾਰ ਵਾਸਤੇ ਟਾਈਮ ਕੱਢ ਲੈਂਦੇ ਹਾਂ। ਹਾਂਜੀ। ਅੱਛਾ ਡਾਕਟਰ ਸਾਹਿਬ, ਅਸੀਂ ਜਦੋਂ ਤੁਸੀਂ ਨਿਊਰੋ ਸਰਜਰੀ ਕੀਤੀ ਸੀਗੀ ਜਾਂ ਤੁਸੀਂ ਉਸ ਤੋਂ ਪਹਿਲੇ ਸਰਜਰੀ ਕੀਤੀ ਸੀਗੀ, ਪੀਜੀ ਕੀਤੀ ਸੀਗੀ, ਤੇ ਬੜਾ ਰੁਝਾਨ ਹੁੰਦਾ ਸੀ, ਲੋਕ ਸਰਕਾਰੀ ਪ੍ਰਾਈਵੇਟ ਸੈਟਅਪ ਇੰਨੇ ਡਿਵੈਲਪ ਨਹੀਂ ਹੋਏ ਹੁੰਦੇ ਸੀਗੇ। ਹਾਂਜੀ। ਤੇ ਤੁਸੀਂ ਕਦੀ ਨਹੀਂ ਸੋਚਿਆ ਵੀ ਮੈਂ ਸਰਕਾਰੀ ਹਸਪੀਟਲ 'ਚ ਆਪਣੇ ਸਰਕਾਰੀ ਨੌਕਰੀ ਕਰਾਂ? ਦੇਖੋ ਸਾਡੇ ਨਾ, ਮੈਂ ਇਹ ਤੁਸੀਂ ਬੜਾ ਅੱਛਾ ਸਵਾਲ ਕੀਤਾ, ਬਟ ਆਈ ਵੁੱਡ ਸੇ ਕਿ ਵੀ ਇਹ ਸਾਡੇ ਸਿਸਟਮ ਦੀ ਥੋੜੀ ਨਾ ਫੈਲਸੀ ਹੈ ਕਿ ਨਿਊਰੋ ਸਰਜਰੀ ਅੱਜ ਦੀ ਡੇਟ 'ਚ ਵੀ ਪੰਜਾਬ ਦੇ ਕਿਸੇ ਵੀ ਮੈਡੀਕਲ ਕਾਲਜ ਵਿੱਚ ਨਹੀਂ ਹੈ। ਜੇ ਡਾਕਟਰ ਨੂੰ ਕੋਈ ਇਨਫਰਾਸਟ੍ਰਕਚਰ ਹੀ ਨਹੀਂ ਹੋਏਗਾ ਤੇ ਡਾਕਟਰ ਪ੍ਰਾਈਵੇਟ ਵੱਲ ਹੀ ਜਾਏਗਾ। ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈ। ਅੱਜ ਵੀ ਸਾਡੇ ਕੋਲ ਦੇਖੋ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਮੈਡੀਕਲ ਕਾਲਜ, ਇੱਥੇ ਕੋਈ ਨਿਊਰੋ ਸਰਜਨ ਨਹੀਂ ਹੈ। ਗਵਰਨਮੈਂਟ ਵੱਲੋਂ ਕੋਈ ਇਨਫਰਾਸਟ੍ਰਕਚਰ ਹੀ ਨਹੀਂ ਹੈ ਵੀ ਉੱਥੇ ਆ ਕੇ ਨਿਊਰੋ ਸਰਜਨ ਆ ਕੇ ਕੰਮ ਕਰੇ। ਸੋ ਇਹ ਬੜੀ ਵੱਡੀ ਸਮੱਸਿਆ ਹੈ। ਤਾਂ ਡਾਕਟਰ ਸਾਹਿਬ, ਕਦੀ ਦੇਖੋ 15 ਸਾਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਟਾਈਮ ਜਿਹੜਾ ਤੁਹਾਨੂੰ ਬੜਾ ਟਫ ਲੱਗਿਆ ਹੋਵੇ? ਦੇਖੋ ਸ਼ੁਰੂ 'ਚ ਤਾਂ ਬਹੁਤ ਟਫ ਲੱਗਦਾ ਜਦੋਂ ਤੁਸੀਂ ਹਾਲੇ ਕਰਕੇ ਆਏ ਹੁੰਦੇ ਹੋ ਨਾ, ਤੇ ਦੈਟ ਪ੍ਰੋਬੇਬਲੀ ਇਜ਼ ਦ ਟਫੈਸਟ ਟਾਈਮ ਬਿਕਾਜ਼ ਉਦੋਂ ਤੁਸੀਂ ਇੰਨੇ ਐਕਸਪੀਰੀਅੰਸ ਨਹੀਂ ਹੁੰਦੇ, ਥੋੜਾ ਕੌਨਫੀਡੈਂਸ ਵੀ ਨਹੀਂ ਹੁੰਦਾ,
ਬਟ ਸ਼ੁਰੂ ਦਾ ਟਾਈਮ ਥੋੜਾ ਜਿਹਾ ਟਫ ਹੁੰਦਾ ਫॉर ਐਨੀ ਸਰਜਨ ਫॉर दैट ਮੈਟਰ। ਬਟ ਉਸ ਤੋਂ ਬਾਅਦ ਵਨਸ ਯੂ ਗੇਨ ਐਕਸਪੀਰੀਅੰਸ ਐਟਲੀਸਟ ਸਰਜੀਕਲ ਸਾਈਡ ਤੋਂ ਕੋਈ ਸਾਨੂੰ ਇੰਨਾ ਜ਼ਿਆਦਾ ਮੁਸ਼ਕਿਲ ਨਹੀਂ ਆਉਂਦੀ। ਬਟ ਹਾਂ ਪਿਛਲੇ ਸਾਲ 'ਚ ਜਿੰਨੇ ਦਿਨ ਕੋਵਿਡ ਰਿਹਾ ਹੈ ਉਦੋਂ ਮੈਂ ਕਹਾਂਗਾ ਵੀ ਸਾਡੇ ਸਾਰੇ ਡਾਕਟਰਸ ਲਈ ਇਟ ਵਾਸ ਵੈਰੀ ਟਫ ਟਾਈਮ। ਡਾਕਟਰ ਸਾਹਿਬ ਪੇਸ਼ੈਂਟ ਤੇ ਡਾਕਟਰ ਰਿਲੇਸ਼ਨਸ਼ਿਪ 'ਚ ਕਿੰਨਾ ਚੇਂਜਸ, ਬਿਹੇਵੀਅਰ 'ਚ ਕਿੰਨਾ ਚੇਂਜ ਆ ਗਿਆ? ਮੇਰਾ ਖਿਆਲ ਉਹ ਵੀ ਨਾ ਬਹੁਤ ਹੀ ਜ਼ਿਆਦਾ ਦੇਖੋ ਚੇਂਜ ਹੋ ਗਿਆ। ਅੱਜ ਤੋਂ ਬਹੁਤ ਸਾਲ ਪਹਿਲੇ ਤੁਸੀਂ ਕਹਿ ਲਓ ਵੀ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਵਾਸ ਵੈਰੀ ਗੁੱਡ। ਡਾਕਟਰਸ ਨੂੰ ਪੇਸ਼ੈਂਟ ਟਰਸਟ ਕਰਦਾ ਸੀ ਤੇ ਮੇਰਾ ਖਿਆਲ ਡਾਕਟਰ ਵੀ ਪੇਸ਼ੈਂਟ ਨੂੰ ਟਰਸਟ ਕਰਦੇ ਸੀ। ਓਵਰ ਦ ਈਅਰਸ ਕੁਝ ਕਮਰਸ਼ੀਅਲਾਈਜੇਸ਼ਨ ਕਹਿ ਲਓ ਹੋਣ ਕਰਕੇ ਉਹਦੇ ਕਰਕੇ ਵੀ ਮੈਂ ਸੋਚਦਾ ਵੀ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਕਾਫੀ ਵਿਗੜ ਗਿਆ। ਉਹਦੇ ਵਿੱਚ ਜਿਹੜੀ ਗਲਤੀ ਹੈਗੀ ਹੈ ਨਾ ਉਹ ਮੇਰਾ ਖਿਆਲ ਸਭ ਦੀ ਹੈ। ਪ੍ਰੋਬੇਬਲੀ ਥੋੜਾ ਬਹੁਤ ਗਲਤੀ ਡਾਕਟਰਸ ਦੀ ਵੀ ਹੈ ਬਟ ਓਵਰਆਲ ਜਿਹੜੀ ਹੈ ਨਾ ਉਹ ਇੱਕ ਸਿਨੈਰੀਓ ਇਸ ਤਰ੍ਹਾਂ ਹੋ ਚੁੱਕਾ ਹੈ ਕਿ ਬਈ ਬਿਕਾਜ਼ ਥਿੰਗਸ ਆਰ ਗੈਟਿੰਗ ਕਮਰਸ਼ੀਅਲਾਈਜ਼ਡ। ਔਰ ਅਮੂਮਨ ਗੜਬੜ ਕਿਦੋਂ ਹੁੰਦੀ ਹੈ? ਜਦੋਂ ਪੇਸ਼ੈਂਟਸ ਦੇ ਘਰਦਿਆਂ ਨੂੰ ਪੈਸੇ ਦੇਣੇ ਪੈਂਦੇ ਆ ਹਸਪੀਟਲਸ ਨੂੰ, ਉਦੋਂ ਸਾਰੀ ਪ੍ਰੋਬਲਮ ਖੜੀ ਹੁੰਦੀ ਹੈ। ਤੇ ਇਹਦੇ ਵਿੱਚ ਜੇ ਤੁਸੀਂ ਦੇਖੋ ਵੀ ਅੱਜ ਕੋਈ ਵੀ ਅੱਛਾ ਹਸਪੀਟਲ ਜੇ ਚਲਾਉਣਾ ਹੈ ਨਾ ਤੇ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਇਨਵੋਲਵਡ ਹੈਗੀ ਨਾ ਦੈਟ ਇਜ਼ ਵੈਰੀ ਹੈਵੀ। ਔਰ ਉਹ ਇਨਵੈਸਟਮੈਂਟ ਹਸਪੀਟਲਸ ਨੂੰ ਦੇਖੋ ਲੋਨ ਲਿੱਤੇ ਹੁੰਦੇ ਆ ਹਸਪੀਟਲਸ ਨੇ, ਉਹਨਾਂ ਨੂੰ ਰਿਕਵਰ ਵੀ ਕਰਨੇ ਪੈਂਦੇ ਆ ਤੇ ਉਹਨਾਂ ਨੇ ਉਹ ਸਾਰੇ ਰਿਕਵਰੀ ਤੇ ਦੇਖੋ ਪੇਸ਼ੈਂਟਸ ਕੋਲ ਹੀ ਲੈਣੇ ਆ ਨਾ। ਸੋ ਸਮਵੇਅਰ ਬਿਕਾਜ਼ ਆਫ ਕਮਰਸ਼ੀਅਲ ਐਂਗਲ ਜਿਹੜਾ ਇਨਵੋਲਵਡ ਹੋ ਗਿਆ ਨਾ ਉੱਥੋਂ ਵੀ ਪੇਸ਼ੈਂਟ ਡਾਕਟਰ ਰਿਲੇਸ਼ਨਸ਼ਿਪ ਹੌਲੀ ਹੌਲੀ ਖਰਾਬ ਹੋ ਗਿਆ। ਅੱਛਾ ਡਾਕਟਰ ਸਾਹਿਬ, ਅਕੋਰਡਿੰਗ ਟੂ ਮਾਈ ਨੌਲੇਜ ਜੇ ਅਸੀਂ ਹੁਣ MBBS ਵੀ ਕਰਾਉਣੀ ਹੈ ਬੱਚੇ ਨੂੰ ਤੇ ਕਰੀਬ ਕੁਝ ਕਾਲਜਿਸ ਪ੍ਰਾਈਵੇਟ ਜਿਹੜੇ ਨੇ 1 ਕਰੋੜ ਰੁਪਏ ਲੱਗ ਜਾਂਦਾ ਹੈ ਤੇ ਫਿਰ PG ਕਰਾਉਣੀ ਹੈ, ਫਿਰ ਸੁਪਰ ਸਪੈਸ਼ਲਾਈਜੇਸ਼ਨ ਕਰਾਉਣੀ ਹੈ। ਕਰੀਬ ਪਰਿਵਾਰ ਦਾ ਹੁਣ ਤੇ ਕਾਮਨ ਮੈਨ ਤਾਂ ਆਪਣਾ ਬੱਚੇ ਨੂੰ ਡਾਕਟਰ ਬਣਾਉਣਾ ਉਹਦੇ ਲਈ ਤੇ ਇੱਕ ਸੁਪਨੇ ਵਰਗਾ ਹੀ ਹੋ ਗਿਆ ਕਿਉਂਕਿ ਕਰੀਬ 3-4 ਕਰੋੜ ਰੁਪਇਆ ਖਰਚ ਹੋ ਜਾਂਦਾ ਸਾਰੇ ਪ੍ਰੋਸੈਸ ਦੇ ਵਿੱਚ। ਬਿਲਕੁਲ ਠੀਕ। ਔਰ ਸਭ ਤੋਂ ਜ਼ਿਆਦਾ ਜਿਹੜਾ ਟਾਈਮ ਜਿਹੜਾ ਇਹਦੇ 'ਚ ਲੱਗਾ ਅਰਨਿੰਗ। ਫਿਰ ਜਦੋਂ ਤੁਸੀਂ ਕੀ ਸਮਝਦੇ ਹੋ ਇੱਕ MCH ਜਦੋਂ ਕਰ ਲੈਂਦਾ ਫਰੈਸ਼ਰ ਹੁੰਦਾ ਕੀ ਲੋਕ ਉਹਦੇ 'ਤੇ ਟਰਸਟ ਕਰਦੇ ਆ? ਦੇਖੋ ਟਰਸਟ ਬਣਾਉਣ ਦੇ ਵਿੱਚ ਤਾਂ ਟਾਈਮ ਲੱਗਦਾ। ਮੈਂ ਆਈ ਫਿਨਿਸ਼ਡ ਮਾਈ MCH ਇਨ ਪ੍ਰੋਬੇਬਲੀ ਮੈਨੂੰ ਲੱਗਦਾ ਮੈਨੂੰ 33 ਸਾਲ ਲੱਗ ਗਏ ਹੋਣੇ। ਸੋ 33ਵੇਂ 34ਵੇਂ ਸਾਲ ਮੇਰਾ ਖਿਆਲ ਹੈ ਅਸੀਂ ਪ੍ਰੈਕਟਿਸ 'ਚ ਆਏ। ਤੇ ਇਸ ਤਰ੍ਹਾਂ ਨਹੀਂ ਹੈਗਾ ਕਿ ਵੀ ਤੁਸੀਂ ਆਉਂਦੇ ਸਾਰੀ ਪੀਪਲਸ ਵਿਲ ਸਟਾਰਟ ਟਰਸਟਿੰਗ ਯੂ। ਡਾਕਟਰਸ ਨੂੰ ਆਪਣੇ ਰਿਜ਼ਲਟਸ ਸ਼ੋ ਕਰਨੇ ਪੈਂਦੇ ਆ। ਇੱਕ ਪੇਸ਼ੈਂਟ ਡਾਕਟਰ ਰਿਲੇਸ਼ਨਸ਼ਿਪ ਗ੍ਰੈਜੂਅਲੀ ਬਣਾਉਣਾ ਪੈਂਦਾ। ਉਸ ਤੋਂ ਬਾਅਦ ਹੀ ਲੌਂਗ ਟਰਮ ਜਿਹੜਾ ਹੈਗਾ ਨਾ ਪੇਸ਼ੈਂਟ ਦਾ ਟਰਸਟ ਬਣਦਾ ਡਾਕਟਰਸ 'ਤੇ। ਤੇ ਡਾਕਟਰ ਸਾਹਿਬ ਕੋਈ ਹੌਬੀ ਵੀ ਹੈਗੀ ਆ ਡਾਕਟਰੀ ਹੀ ਪੇਸ਼ੈਂਟ ਟ੍ਰੀਟ ਕਰਨਾ ਹੀ ਹੌਬੀ ਹੈ? ਨਹੀਂ ਪਹਿਲੇ ਤਾਂ ਦੇਖੋ ਬੜੀ ਹੌਬੀਜ਼ ਹੁੰਦੀਆਂ ਸੀ। ਅਸੀਂ ਕ੍ਰਿਕਟ ਖੇਡਦੇ ਸੀ, ਟੈਨਿਸ ਖੇਡਦੇ ਸੀ। ਪਰ ਜਦੋਂ ਦੇ ਅਸੀਂ ਹੁਣ ਫੁੱਲ ਫਲੈਜ ਡਾਕਟਰੀ ਦੇ ਵਿੱਚ ਆਏ ਹਾਂ ਤੇ ਕਾਫੀ ਸਾਰੀ ਹੌਬੀਜ਼ ਘਟ ਗਈਆਂ। ਬਟ ਸਟਿਲ ਜਦੋਂ ਵੀ ਟਾਈਮ ਮਿਲਣ ਦੀ ਕੋਸ਼ਿਸ਼ ਮਿਲੇ ਤੇ ਮੈਂ ਟਰਾਈ ਕਰਦਾ ਵੀ ਮੈਂ ਬੱਚਿਆਂ ਨਾਲ ਕੁਝ ਖੇਲ ਲਵਾਂ ਜਾਂ ਕਿਤੇ ਦੋਸਤਾਂ ਨਾਲ ਕੁਝ ਕਦੇ ਚਲੇ ਜਾਈਏ। ਟਰਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਦੀ ਪਰ ਸਮੇਂ ਮਿਲ ਪਾਉਂਦਾ? ਸਮੇਂ ਥੋੜਾ ਹੀ ਹੈ, ਸਮੇਂ ਥੋੜਾ। ਤੇ ਡਾਕਟਰ ਸਾਹਿਬ ਕੁਝ ਹੋਰ ਤੁਸੀਂ ਆਪਣਾ ਲਾਈਫ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋ ਸਾਡੇ ਦਰਸ਼ਕਾਂ ਨਾਲ? ਦੇਖੋ ਮੈਂ ਨਾ ਇੱਕ ਸਿੰਪਲ ਜਿਹਾ ਮੈਸੇਜ ਦੇਣਾ ਚਾਹੁੰਦਾ ਕਿ ਬਈ ਇੱਕ ਬੜਾ ਇੰਪੋਰਟੈਂਟ ਸਲੋਗਨ ਹੈਗਾ ਸਾਡੇ ਨਿਊਰੋ ਸਰਜਰੀ 'ਚ ਕਹਿ ਲਓ ਜਾਂ ਬ੍ਰੇਨ ਵਾਈਸ ਕਿ ਬ੍ਰੇਨ ਇਜ਼ ਟਾਈਮ। ਠੀਕ ਹੈ ਨਾ? ਬ੍ਰੇਨ ਇਜ਼ ਟਾਈਮ ਦਾ ਮਤਲਬ ਹੈ ਵੀ ਬ੍ਰੇਨ ਬਿਲਕੁਲ ਸਮਾਂ। ਬ੍ਰੇਨ ਦੀ ਜਿਹੜੀਆਂ ਬਿਮਾਰੀਆਂ ਨੇ ਜਾਂ ਕੋਈ ਵੀ ਪ੍ਰੋਬਲਮ ਹੈ ਨਾ ਉਹਦੇ 'ਚ ਟਾਈਮ ਇਜ਼ ਵੈਰੀ ਇੰਪੋਰਟੈਂਟ। ਜੋ ਟਾਈਮ ਸਿਰ ਅਗਰ ਟ੍ਰੀਟਮੈਂਟ ਨਹੀਂ ਹੁੰਦਾ ਤੇ ਜਿਹੜਾ ਨਰਵਸ ਟਿਸ਼ੂ ਹੈ ਨਾ ਉਹ ਇੰਨਾ ਕੁ ਡੈਮੇਜ ਹੋ ਜਾਂਦਾ ਹੈ ਈਵਨ ਆਫਟਰ ਸਰਜਰੀ ਜਿਹੜਾ ਪੇਸ਼ੈਂਟ ਦੀ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਰਿਜ਼ਲਟਸ ਨਹੀਂ ਆਉਂਦੇ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਜਿਹੜੀ ਕਿ ਲੋਕਾਂ ਨੂੰ ਜਾਣਨੀ ਜ਼ਰੂਰੀ ਹੈ ਕਿ ਵੀ ਟਾਈਮ ਰਹਿੰਦੇ ਹੀ ਡੈਮੇਜ ਹੋਣ ਤੋਂ ਪਹਿਲਾਂ ਹੀ ਜੋ ਕਰਨਾ ਉਹ ਕੀਤਾ ਜਾਵੇ ਤੇ ਉਹਦੇ ਰਿਜ਼ਲਟਸ ਤੇ ਜਿਹੜੇ ਦੂਸਰੇ ਰਿਜ਼ਲਟਸ ਨੇ ਉਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਛਾ ਇੱਕ ਡਾਕਟਰ ਸਾਹਿਬ ਜਿਹੜੀ ਬਹੁਤ ਸਾਰੀ ਸਪਾਈਨ ਨਾਲ ਰਿਲੇਟਡ ਇੱਕ ਸਵਾਲ ਹੈ ਮੇਰਾ ਵੀ ਬੜਾ ਸੁਣੀਦਾ ਵੀ ਡਿਸਕ ਹਿਲ ਗਈ ਜੀ ਜਿਹਦੇ ਨਾਲ ਲੈਗ ਨੂੰ ਪੇਨ ਜਾਣੀ ਸ਼ੁਰੂ ਹੋ ਗਈ ਜਾਂ ਲੈਗ 'ਚ ਨੰਬਨੈਸ ਹੋ ਗਈ, ਇਹਦੇ ਸੁੰਨਾਪਨ ਆ ਗਿਆ। ਵਟ ਇਜ਼ ਦੈਟ ਤੇ ਇਹਦੇ ਤੋਂ ਬਚਣਾ ਵਾਸਤੇ ਕੀ ਕਰਨਾ ਚਾਹੀਦਾ? ਦੇਖੋ ਡਿਸਕ ਬੇਸਿਕਲੀ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਹੈ ਨਾ ਉਹਦੇ ਵਿੱਚ ਇੱਕ ਸ਼ੌਕ ਐਬਜ਼ੌਰਬਰ ਦਾ ਕੰਮ ਕਰਦਾ। ਸਾਡੇ ਰੀੜ੍ਹ ਦੀ ਹੱਡੀ 'ਚ ਕਾਫੀ ਸਾਰੇ ਮਣਕੇ ਹੁੰਦੇ ਆ।
ਦੋ ਮਣਕਿਆਂ ਦੇ ਵਿੱਚ ਡਿਸਕ ਹੁੰਦੀ ਹੈ। ਸੋ ਡਿਸਕ ਇਜ਼ ਅ ਨੈਚੁਰਲ ਸ਼ੌਕ ਐਬਜ਼ੌਰਬਰ। ਸੋ ਵਿਦ ਟਾਈਮ ਵਿਦ ਏਜ ਇਹ ਜਿਹੜੀ ਡਿਸਕ ਹੈ ਨਾ, ਇਹਨੂੰ ਡੀਜਨਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੇ 'ਚ, ਇਹ ਹੌਲੀ ਹੌਲੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਐਟ ਟਾਈਮਸ ਉਹ ਹਿੱਲ ਵੀ ਜਾਂਦੀ ਹੈ, ਤੇ ਜੇ ਉਹ ਹਿੱਲ ਜਾਏ ਤੇ ਉਹ ਨਰਵ ਨੂੰ ਪ੍ਰੈਸ ਕਰਦੀ ਹੈ। ਸੋ ਵਨਸ ਇਟ ਪ੍ਰੈਸਸ ਦੀ ਨਰਵ ਤੇ ਫਿਰ ਤੁਹਾਡੀ ਲੈਗ 'ਚ ਪੇਨ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਦਿਸ ਇਜ਼ ਡਿਸਕ ਪ੍ਰੋਬਲਮ। ਇਹ ਮਤਲਬ ਇਟਸ ਬੜੀ ਕਾਮਨ ਪ੍ਰੋਬਲਮ ਹੈਗੀ ਹੈ। ਬਟ ਮੋਸਟਲੀ ਮੈਂ ਦੇਖਿਆ ਜਿਹੜੀ ਜ਼ਰੂਰੀ ਕਿਉਂ ਹੋ ਰਹੀ ਹੈ ਜ਼ਿਆਦਾ ਅੱਜ ਕੱਲ੍ਹ, ਬੈਡ ਪੋਸਚਰ, ਗਲਤ ਐਕਸਰਸਾਈਜ਼ਸ, ਆਪਾਂ ਨੂੰ ਬੈਠਣ ਦੀ ਮਤਲਬ ਸਿਸਟਮ ਚੇਂਜ ਹੋ ਗਿਆ ਹੈ। ਵਜ਼ਨ ਅਸੀਂ ਜ਼ਰੂਰਤ ਨਾਲੋਂ ਜ਼ਿਆਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ। ਖਾਸ ਕਰਕੇ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਆ ਵੀ ਮੈਂ ਅੱਜ ਜਿਮ ਵਿੱਚ 50 ਕਿਲੋ ਵਜ਼ਨ ਚੁੱਕਿਆ, ਮੇਰੀ ਡਿਸਕ ਹਿੱਲ ਗਈ। ਬੱਚਿਆਂ ਦੇ ਬੈਗ ਬੜੇ ਹੈਵੀ ਹੋ ਗਏ ਨੇ, ਅਸੀਂ ਐਕਸਰਸਾਈਜ਼ਸ ਬਹੁਤ ਘੱਟ ਕਰਦੇ ਹਾਂ, ਸੈਡੈਂਟਰੀ ਲਾਈਫ ਸਟਾਈਲ ਹੋ ਗਿਆ। ਸੋ ਇਹਨਾਂ ਕਰਕੇ ਵੀ ਮਤਲਬ ਹੈ ਡਿਸਕ ਦੀਆਂ ਪ੍ਰੋਬਲਮਸ ਵੱਧ ਗਈਆਂ, ਮਤਲਬ ਬੈਕ ਪੇਨ ਕਾਫੀ ਜ਼ਿਆਦਾ ਹੋ ਗਈ। ਤੇ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਜੀ, ਮਾਲਸ਼ੀਆਂ ਦਾ ਕਿੰਨਾ ਕੁ ਰੋਲ ਹੈ ਜੀ? ਦੇਖੋ ਮੈਂ ਆਪਣੀ ਇੱਕ ਤੁਹਾਨੂੰ ਇਨਸੀਡੈਂਟ ਸੁਣਾਉਣਾ ਥੋੜਾ ਜਿਹਾ। ਮੇਰੇ ਡਿਸਕ ਪ੍ਰੋਬਲਮ ਹੋਈ, ਤੁਸੀਂ ਵੀ ਮੈਨੂੰ ਟ੍ਰੀਟ ਕੀਤਾ ਤੇ ਮੈਨੂੰ ਆਪਰੇਸ਼ਨ ਤੋਂ ਮੈਂ ਬਚਿਆ। ਤੇ ਪੇਨ ਜਦੋਂ ਹੋਈ ਮੈਨੂੰ ਕਿਸੇ ਨੇ ਕਹਿ ਤਾ ਵੀ ਸਿਆਣੇ ਕੋ ਚਲਾ ਜਾ। ਉਹਨੇ ਮੇਰਾ ਡਾਕਟਰ ਸਾਹਿਬ ਟੇਢਾ ਕਰਕੇ ਤੇ ਮਾਰਿਆ ਝਟਕਾ, ਤੇ ਮੈਂ ਕਿਹਾ ਰੱਬਾ ਅੱਜ ਬਚਾ ਲੈ। ਮਤਲਬ ਇਹਨਾਂ ਲੋਕਾਂ ਦਾ ਕਿੰਨਾ ਕੁ ਰੋਲ ਹੈ ਇਹਦੇ 'ਚ? ਦੇਖੋ ਮੈਂ ਕਹਾਂਗਾ, ਦੇਖੋ ਮਾਲਸ਼ੀਆਂ ਦਾ ਤਾਂ ਕੋਈ ਰੋਲ ਨਹੀਂ ਹੈਗਾ। ਜੇ ਤੁਸੀਂ ਕੁਐਕਸ ਕੋਲ ਜਾਓਗੇ ਨਾ, ਤੇ ਮੇਰੇ ਕੋਲ ਐਗਜ਼ਾਮਪਲ ਹੈਗੇ ਹੈ। ਸਾਡੇ ਕੋਲ ਪੇਸ਼ੈਂਟ ਆਇਆ ਜੀ, ਅੱਜ ਮੈਂ ਰੀੜ੍ਹ ਦੇ ਅੱਡੇ 'ਚ ਮੈਨੂੰ ਦਰਦ ਹੋ ਗਈ ਤੇ ਮੈਂ ਅੱਜ ਲੱਤ ਗੋਡਾ ਲਗਵਾ ਕੇ ਆਇਆ। ਉਹ ਪੇਸ਼ੈਂਟ ਗੋਡਾ ਲਗਵਾ ਕੇ ਤੇ ਆ ਗਿਆ, ਪਰ ਉਹਦੀ ਰੀੜ੍ਹ ਦੇ ਅੱਡੇ 'ਚ ਫ੍ਰੈਕਚਰ ਹੋ ਗਿਆ। ਸੋ ਉਹਨੂੰ ਵਰਸ ਹੋ ਗਿਆ। ਫਿਰ ਮਾਲਸ਼ੀਆਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਬੇਸਿਕ ਨੌਲੇਜ ਤਾਂ ਹੋਣੀ ਚਾਹੀਦੀ ਹੈ ਨਾ, ਸਿਰਫ ਮਾਲਿਸ਼ ਕਰਕੇ ਗੱਲ ਨਹੀਂ ਬਣਦੀ ਹੈਗੀ। ਸੋ ਮੇਰਾ ਆਪਣਾ ਖਿਆਲ ਹੈ ਵੀ ਮਾਲਸ਼ੀਆਂ ਦਾ ਕੋਈ ਰੋਲ ਨਹੀਂ ਹੈਗਾ। ਹਾਂ, ਤੁਸੀਂ ਆਪਣੇ ਘਰ ਅਗਰ ਮਸਾਜ ਵਗੈਰਾ ਤੁਸੀਂ ਕਰਨੀ ਚਾਹੁੰਦੇ ਹੋ ਬੈਕ ਮਸਲਸ ਦੀ, ਉਹ ਤੁਸੀਂ ਕਰ ਸਕਦੇ ਹੋ ਕਿਸੇ ਵੀ ਪੇਸ਼ੈਂਟ ਦੀ, ਮਤਲਬ ਹੈ ਦੈਟ ਇਜ਼ ਐਨ ਐਡਜੂਵੈਂਟ ਥੈਰੇਪੀ। ਬਟ ਬੇਸਿਕਲੀ ਇੱਕ ਵਾਰੀ ਤੇ ਡਾਕਟਰ ਕੋਲੋਂ ਐਗਜ਼ਾਮੀਨੇਸ਼ਨ ਜ਼ਰੂਰੀ ਹੈ। ਤੇ ਡਾਕਟਰ ਸਾਹਿਬ ਕੁਛ ਅਸੀਂ ਇਹ ਵੀ ਕਹਦੇ ਕਿ ਦਿਮਾਗ ਦੀਆਂ ਬਿਮਾਰੀਆਂ ਵਧੀਆਂ ਵੀ ਹੈ? ਨਹੀਂ, ਦਿਮਾਗ ਦੀਆਂ ਦੇਖੋ ਬਿਮਾਰੀਆਂ ਇਸ ਤਰ੍ਹਾਂ ਹੈਗਾ ਕਿ ਬ੍ਰੇਨ ਟਿਊਮਰਸ ਦਾ ਇਨਸੀਡੈਂਸ ਹੌਲੀ ਹੌਲੀ ਇਨਕਰੀਜ਼ ਹੋ ਰਿਹਾ, ਜਾਂ ਕਹਿ ਲਓ ਡਿਟੈਕਸ਼ਨ ਰੇਟ ਵੱਧ ਗਿਆ। ਪਹਿਲੇ MRI CT ਸਕੈਨਸ ਇੰਨੇ ਜ਼ਿਆਦਾ ਫ੍ਰੀਕੁਐਂਟਲੀ ਨਹੀਂ ਕਰਦੇ ਸੀ, ਬਟ ਨਾਓ ਵੀ ਹੈਵ CT ਸਕੈਨ MRI ਸ਼ਹਿਰ 'ਚ ਕਿੰਨੇ ਸਾਰੇ ਹੈਗੇ ਆ। ਇੱਕ ਤਾਂ ਡਿਟੈਕਸ਼ਨ ਰੇਟ ਵੱਧ ਗਿਆ। ਬਾਕੀ ਅੱਜ ਕੱਲ੍ਹ ਲਾਈਫ ਸਟਾਈਲ ਗੜਬੜ ਹੋਣ ਕਰਕੇ ਨਾ, ਬਲੱਡ ਪ੍ਰੈਸ਼ਰ ਹਾਈ ਹੋਣ ਕਰਕੇ ਬ੍ਰੇਨ ਹੈਮਰੇਜ ਦੇ ਇਨਸੀਡੈਂਸਿਸ ਜ਼ਿਆਦਾ ਹੈ। ਮਤਲਬ ਤੁਸੀਂ ਬਹੁਤ ਫ੍ਰੀਕੁਐਂਟਲੀ ਸੁਣਿਆ ਹੋਏਗਾ ਵੀ ਅੱਜ ਬ੍ਰੇਨ ਹੈਮਰੇਜ ਹੋ ਗਿਆ ਜੀ। ਪਰ ਬ੍ਰੇਨ ਹੈਮਰੇਜ ਦਾ ਪ੍ਰਾਇਮਰੀ ਕਾਰਨ ਜਿਹੜਾ ਹੈਗਾ ਨਾ, ਉਹ ਹੈਗਾ ਹਾਈ ਬਲੱਡ ਪ੍ਰੈਸ਼ਰ। ਤੇ ਹਾਈ ਬਲੱਡ ਪ੍ਰੈਸ਼ਰ ਲਾਈਫ ਸਟਾਈਲ ਦੇ ਕਰਕੇ ਬਹੁਤ ਹੀ ਕਾਮਨਲੀ BP ਲੋਕਾਂ ਨੂੰ ਜ਼ਿਆਦਾ ਹੋਣ ਲੱਗ ਪਿਆ। ਉਹਦੇ ਕਰਕੇ ਬ੍ਰੇਨ ਹੈਮਰੇਜ ਦਾ ਇਨਸੀਡੈਂਸ ਡੈਫੀਨੇਟਲੀ ਹਾਈ ਹੈ। ਤੇ ਸਰ ਕੁਝ ਹੋਰ ਮੈਸੇਜ ਦੇਣਾ ਚਾਹੋ ਤੁਸੀਂ? ਬਸ ਮੈਂ ਤਾਂ ਇਹੀ ਕਹਾਂਗਾ ਜੀ ਵੀ ਸਾਰੇ ਲੋਕ सेहतमंद रहन ते चंगे डॉक्टरों को इलाज कराएं। धन्यवाद हमारे साथ बात करने के लिए। ये थे न्यूरो सर्जन हैं शहर के जाने माने डॉक्टर ऐश्वर्या मेहरा। इन्होंने कहा है कि समय के साथ साथ जो बीमारियों की डिटेक्शन है वो भी पहले नई आधुनिक टेक्निकें आ गई हैं। पहले पता नहीं चलता था, अब पता चलता है। कि जो सबसे इन्होंने अहम बात करी है कि ब्रेन टाइम, यदि किसी को दिमाग की बीमारी होती है, चोट लगती है, किसी को ज़रा से भी शंका होती है, तो वह सीधे अपने डॉक्टर से संपर्क जरूर करे, क्योंकि बाद में उसका रिकवर करना और मरीज का ठीक होना काफ़ी मुश्किल है। अमृतसर से D4 न्यूज़ के लिए दीपक भंडारी की खास रिपोर्ट।